11 ਮਈ 2021 ਨੂੰ ਕੈਨੇਡਾ ਵਿੱਚ ਮਰਦਮਸ਼ੁਮਾਰੀ ਹੋਣ ਜਾ ਰਹੀ ਹੈ। ਲੇਕਿਨ ਕਈ ਪੰਜਾਬੀ ਆਪਣੀ ਮਾਂ ਬੋਲੀ ਪੰਜਾਬੀ ਨਹੀਂ ਲਿਖਾਉਂਦੇ। ਪਤਾ ਹੈ ਕਿਉਂ ਅਤੇ ਕੀ ਨੁਕਸਾਨ ਹਨ ਇਸ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ 11 ਮਈ 2021 ਨੂੰ ਕੈਨੇਡਾ ਵਿਖੇ ਆਮ ਮਰਦਮਸ਼ੁਮਾਰੀ ਕੀਤੀ ਜਾ ਰਹੀ ਹੈ। ਕੋਵਿਡ ਕਰਕੇ ਐਤਕੀ ਇਹ ਮਰਦਮਸ਼ੁਮਾਰੀ ਆਨਲਾਈਨ ਹੀ ਹੋ ਰਹੀ ਹੈ। ਪੰਜਾਬੀਆਂ ਲਈ ਇਹ ਮਰਦਮਸ਼ੁਮਾਰੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਦੇ ਵਿੱਚ ਕੈਨੇਡਾ ਵਿੱਚ ਵਸਦੇ ਆਮ ਪੰਜਾਬੀ ਨਾਗਰਿਕਾਂ ਤੋਂ ਇਲਾਵਾ ਜੋ ਵਿਦਿਆਰਥੀ ਆਏ ਹਨ, ਜੋ ਵਰਕ ਪਰਮਿਟ 'ਤੇ ਕੰਮ ਕਰ ਰਹੇ ਹਨ ਅਤੇ ਜੋ PR ਹਨ, ਉਹ ਸਾਰੇ ਹੀ ਇਹਦੇ ਵਿੱਚ ਹਿੱਸਾ ਲੈ ਸਕਦੇ ਹਨ। ਇਸ ਦੇ ਲਈ ਕੈਨੇਡਾ ਸਰਕਾਰ ਨੇ ਡਾਕ ਰਾਹੀਂ ਸਾਰਿਆਂ ਨੂੰ ਇੱਕ ਗੁਪਤ ਕੋਡ ਭੇਜਿਆ ਹੈ, ਜਿਸ ਦੀ ਮਦਦ ਨਾਲ ਉਹ ਆਨਲਾਈਨ ਜਾ ਕੇ ਵੈਬਸਾਈਟ 'ਤੇ ਮਰਦਮਸ਼ੁਮਾਰੀ ਦਾ ਫਾਰਮ ਭਰ ਸਕਦੇ ਹਨ ਅਤੇ ਆਪਣੀ ਜਾਣਕਾਰੀ ਦੇ ਸਕਦੇ ਹਨ। ਇਸ ਫਾਰਮ ਨੂੰ ਭਰਨ ਦੀ ਆਖਰੀ ਤਰੀਕ 11 ਮਈ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਮਰਦਮਸ਼ੁਮਾਰੀ ਦਾ ਫਾਇਦਾ ਸਿਰਫ ਸਰਕਾਰੀ ਨੀਤੀਆਂ ਘੜਨ ਲਈ ਹੀ ਨਹੀਂ ਬਲਕਿ ਆਮ ਲੋਕਾਂ ਦੇ ਲਈ ਵੀ ਲਾਹੇਵੰਦ ਹੁੰਦਾ ਹੈ। ਉਹਨਾਂ ਦੀ ਸਮਾਜਿਕ ਆਰਥਿਕ ਸਥਿਤੀ ਨੂੰ ਸਮਝਣ ਲਈ ਕਾਫੀ ਲਾਹੇਵੰਦ ਸਾਬਤ ਹੁੰਦਾ ਹੈ। ਸਾਡੇ ਲਈ ਇਸ ਦਾ ਮਹੱਤਵ ਹੋਰ ਹੀ ਵੱਧ ਜਾਂਦਾ ਹੈ ਜਦ ਅਸੀਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਉਸ ਦੀ ਮਰਦਮਸ਼ੁਮਾਰੀ ਦਾ ਹਿੱਸਾ ਬਣਦੇ ਹਾਂ, ਕਿਉਂਕਿ ਇਹਨਾਂ ਬਾਹਰੀ ਮੁਲਕਾਂ ਵਿੱਚ ਜਿੱਥੇ ਅਸੀਂ ਇੱਕ ਪ੍ਰਵਾਸੀ ਦੇ ਤੌਰ 'ਤੇ ਰਹਿ ਰਹੇ ਹਾਂ, ਇੱਥੋਂ ਦੀ ਮਰਦਮਸ਼ੁਮਾਰੀ ਦੇ ਵਿੱਚ ਸਾਡੀ ਭਾਗੀਦਾਰੀ, ਸਾਡੀ ਹੋਂਦ ਤਾਂ ਇੱਕ ਅਹਿਮ ਦਸਤਾਵੇਜ਼ ਬਣਦਾ ਹੈ। ਉਸ ਮੁਲਕ ਵਿੱਚ ਸਾਡੀ ਸਮਾਜਿਕ, ਆਰਥਿਕ ਅਤੇ ਸਿਆਸੀ ਪੋਜੀਸ਼ਨ ਨੂੰ ਸਪਸ਼ਟ ਕਰਦਾ ਹੈ, ਜਿਸ ਆਧਾਰ 'ਤੇ ਉਸ ਮੁਲਕ ਦੀਆਂ ਸਾਡੇ ਪ੍ਰਤੀ ਨੀਤੀਆਂ ਘੜੀਆਂ ਜਾਂਦੀਆਂ ਹਨ, ਸਾਡੇ ਯੋਗਦਾਨ ਦਾ ਖਿਆਲ ਰੱਖਿਆ ਜਾਂਦਾ ਹੈ, ਜਿਸ ਦਾ ਫਾਇਦਾ ਹਰ ਪ੍ਰਵਾਸੀ ਨੂੰ ਸਿੱਧੇ ਜਾਂ ਅਸਿੱਧੇ ਜ਼ਰੂਰ ਹੁੰਦਾ ਹੈ। ਮਰਦਮਸ਼ੁਮਾਰੀ ਦੇ ਆંકੜੇ ਦੱਸਦੇ ਹਨ ਕਿ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਸਥਿਤੀ ਮਜ਼ਬੂਤ ਹੋਈ ਹੈ। 1991 ਤੋਂ ਲੈ ਕੇ 2016 ਤੱਕ ਮਰਦਮਸ਼ੁਮਾਰੀ ਤੇ ਨਜ਼ਰ ਮਾਰੀਏ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪਿਛਲੇ 3 ਦਹਾਕਿਆਂ ਵਿੱਚ ਕੈਨੇਡਾ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 0.43% ਤੋਂ ਵੱਧ ਕੇ 1.7% ਹੋ ਗਈ। ਉਮੀਦ ਹੈ ਕਿ 2021 ਦੇ ਆંકੜੇ ਹੋਰ ਵੀ ਜ਼ਿਆਦਾ ਹੌਸਲਾ ਕੁੰਨ ਹੋਣਗੇ। ਜਿਸ ਹਿਸਾਬ ਨਾਲ ਪੰਜਾਬੀਆਂ ਦੀ ਆਮਦ ਇੱਥੇ ਹੋਈ ਹੈ, ਉਸ ਤੋਂ ਲੱਗਦਾ ਹੈ ਕਿ ਇਹ ਆંકੜੇ 2.5% ਤੱਕ ਪਹੁੰਚ ਸਕਦੇ ਹਨ। ਲੇਕਿਨ 2011 ਤੇ 2016 ਦੇ ਆંકੜੇ ਦੇਖ ਕੇ ਲੱਗਦਾ ਨਹੀਂ ਕਿ ਅਜਿਹਾ ਹੋਵੇਗਾ, ਕਿਉਂਕਿ ਪੰਜਾਬੀਆਂ ਦੇ ਹਿੱਤਾਂ ਨੂੰ ਖੁਦ ਪੰਜਾਬੀ ਹੀ ਘੁਣ ਵਾਂਗੂ ਬਰਬਾਦ ਕਰ ਰਹੇ ਹਨ। ਆંકੜੇ ਦੱਸਦੇ ਹਨ ਕਿ 2011 ਦੇ ਵਿੱਚ ਜੋ ਪੰਜਾਬੀ ਭਾਸ਼ਾ ਤੀਜੇ ਦਰਜੇ 'ਤੇ ਸੀ, 2016 ਦੇ ਵਿੱਚ ਉਹੀ ਖਿਸਕ ਕੇ 5ਵੇਂ ਦਰਜੇ 'ਤੇ ਹੇਠਾਂ ਆ ਗਈ। ਚੀਨੀ ਭਾਈਚਾਰੇ ਦੀ ਮੈਂਡਰੀਨ ਅਤੇ ਕੈਂਟਨੀਜ਼ ਨੇ ਤੀਜਾ ਅਤੇ ਚੌਥਾ ਦਰਜਾ ਸੰਭਾਲ ਲਿਆ। ਇਸ ਦੇ ਕੀ ਕਾਰਨ ਹਨ? ਕਾਰਨ ਤਾਂ ਹੋਰ ਵੀ ਬਹੁਤ ਹਨ, ਪਰ ਮੁੱਖ ਕਾਰਨ ਸਹੀ ਜਾਣਕਾਰੀ ਨਾ ਦੇਣਾ, ਖਾਸ ਤੌਰ 'ਤੇ ਮਾਂ ਬੋਲੀ ਨੂੰ ਲੈ ਕੇ ਝੂਠ ਬੋਲਣਾ। ਜਿਵੇਂ ਕਿ 2016 ਵਿੱਚ 6,68,240 ਪੰਜਾਬੀ ਕੈਨੇਡੀਅਨ ਸਨ, ਜਦਕਿ ਪੰਜਾਬੀ ਬੋਲਣ ਵਾਲੇ ਸਿਰਫ 5,68,375 ਹੀ ਸਨ। ਮਤਲਬ ਇਹ ਕਿ 2016 ਵਿੱਚ ਲਗਭਗ 1 ਲੱਖ ਪੰਜਾਬੀਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਨਹੀਂ ਲਿਖੀ। ਇਸੇ ਕਰਕੇ ਕੈਨੇਡਾ ਵਿੱਚ ਪੰਜਾਬੀ ਜੋ 2011 ਵਿੱਚ ਤੀਜੇ ਨੰਬਰ 'ਤੇ ਸੀ, 2016 ਵਿੱਚ ਹੇਠਾਂ 5ਵੇਂ ਨੰਬਰ 'ਤੇ ਆ ਗਈ। ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਦੁਨੀਆ ਵਿੱਚ ਇਹ ਪੰਜਾਬੀ ਭਾਈਚਾਰਾ ਹੀ ਹੈ ਜੋ ਆਪਣੀ ਮਾਂ ਬੋਲੀ ਨਾਲ ਵਫਾ ਨਹੀਂ ਕਰ ਰਿਹਾ। ਆਪਣੀ ਫਿਰਕੂ ਸੋਚ ਕਰਕੇ ਇਹ ਮਾਂ ਬੋਲੀ ਤੋਂ ਮੁਨਕਰ ਹੋ ਰਿਹਾ ਹੈ। ਇਹ ਬੋਲਦਾ ਪੰਜਾਬੀ ਹੈ, ਜਿਉਂਦਾ ਪੰਜਾਬੀ ਹੈ, ਲੇਕਿਨ ਸਰਕਾਰੀ ਕਾਗਜ਼ਾਤਾਂ ਦੇ ਵਿੱਚ ਆਪਣੀ ਮਾਂ ਬੋਲੀ ਆਪਣੇ ਧਰਮ ਦੇ ਆਧਾਰ 'ਤੇ ਲਿਖਾਉਂਦਾ ਹੈ। ਇਹ ਬਿਮਾਰੀ ਕਿਸੇ ਇੱਕ ਨੂੰ ਨਹੀਂ ਬਲਕਿ ਹਿੰਦੂ ਅਤੇ ਮੁਸਲਮਾਨ ਦੋਵਾਂ ਨੂੰ ਹੈ। ਪਾਕਿਸਤਾਨੀ ਪੰਜਾਬੀ ਮੁਸਲਮਾਨ ਆਪਣੀ ਮਾਂ ਬੋਲੀ ਉਰਦੂ ਲਿਖਾਉਂਦਾ ਹੈ ਅਤੇ ਪੰਜਾਬੀ ਹਿੰਦੂ ਹਿੰਦੀ। ਜਿੱਥੇ ਪਾਕਿਸਤਾਨੀ ਮੁਸਲਮਾਨ ਆਪਣੀ ਮਾਂ ਬੋਲੀ ਉਰਦੂ ਲਿਖਾਉਂਦੇ ਹਨ,
ਇਸ ਦੇ ਪਿੱਛੇ ਉਹਨਾਂ ਦੀ ਫਿਰਕੂ ਸੋਚ ਹੈ। ਪਰ ਪੰਜਾਬੀ ਹਿੰਦੂਆਂ ਦੀ ਫਿਰਕੂ ਸੋਚ ਤਾਂ ਹੈ ਹੀ, ਇਸ ਦੇ ਨਾਲ ਹੀ ਹਿੰਦੂਤਵ ਰਾਸ਼ਟਰਵਾਦ, ਇੱਕ ਰਾਸ਼ਟਰ ਇੱਕ ਭਾਸ਼ਾ ਦਾ ਜ਼ਹਿਰ ਵੀ ਇੱਕ ਕਾਰਨ ਹੈ, ਜੋ ਕਈ ਹਿੰਦੂਤਵ ਸੋਚ ਵਾਲੇ ਅਤੇ ਭਾਰਤੀ ਏਜੰਸੀਆਂ ਵੱਲੋਂ ਇੱਥੇ ਫੈਲਾਇਆ ਜਾ ਰਿਹਾ ਹੈ। ਪਿਛਲੇ ਸਾਲ ਗੁਰਦਾਸ ਮਾਨ ਵੱਲੋਂ ਹਿੰਦੀ ਨੂੰ ਮਾਸੀ ਕਹਿ ਕੇ ਇੱਥੇ ਕੈਨੇਡਾ ਵਿੱਚ ਹੀ ਵਿਵਾਦ ਖੜਾ ਕੀਤਾ ਗਿਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵੀ ਇਸੇ ਹੀ ਦਿਸ਼ਾ ਵਿੱਚ ਇੱਕ ਗਿਣੀ ਮਿੱਥੀ ਸਾਜ਼ਿਸ਼ ਦਾ ਹਿੱਸਾ ਹੈ ਕਿ ਇੱਕ ਨੇਸ਼ਨ ਦੀ ਇੱਕ ਜ਼ਬਾਨ ਤਾਂ ਹੋਣੀ ਚਾਹੀਦੀ ਹੈ ਯਾਰ। ਇਸੇ ਸੰਬੰਧ ਦੇ ਵਿੱਚ ਡਾਕਟਰ ਗੁਰਵਿੰਦਰ ਸਿੰਘ ਦਾ ਇੱਕ ਲੇਖ ਇੱਥੇ ਕੈਨੇਡਾ ਦੀ ਪ੍ਰਵਾਸੀ ਵੀਕਲੀ ਦੇ ਵਿੱਚ ਛਪਿਆ ਹੈ। ਉਹ ਇਸ ਤਰ੍ਹਾਂ ਹੈ: ਕੈਨੇਡਾ ਵਿੱਚ ਪੰਜਾਬੀ ਬੋਲੀ ਲਈ ਸਭ ਤੋਂ ਵੱਧ ਚਿੰਤਾ ਦੀ ਗੱਲ ਅੱਜ ਇਹ ਹੈ, ਇੱਥੇ ਪੰਜਾਬੀ ਨੂੰ ਗਿਣੇ ਮਿੱਥੇ ਢੰਗ ਨਾਲ ਖੂੰਜੇ ਲਾਉਣ ਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਪੰਜਾਬੀ ਸੂਬਾ ਬਣਨ ਵੇਲੇ ਜਿਸ ਤਰ੍ਹਾਂ ਪੰਜਾਬੀ ਬੋਲੀ ਦੇ ਨਾਂ 'ਤੇ ਫਿਰਕੂ ਹਾਲਾਤ ਪੰਜਾਬ ਵਿੱਚ ਪੈਦਾ ਹੋ ਗਏ ਸਨ, ਅੱਜ ਉਹੀ ਸਥਿਤੀ ਕੈਨੇਡਾ ਵਿੱਚ ਬਣਾਈ ਜਾ ਰਹੀ ਹੈ। ਕੈਨੇਡਾ ਅੰਦਰ ਭਾਰਤੀ ਸਫਾਰਤਖਾਨੇ ਹਿੰਦੀ ਮੁਫਤ ਪੜ੍ਹਾਉਣ ਲਈ ਤਾਂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ, ਜਦਕਿ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਨਾਲ ਵਿਤਕਰਾ ਕਰ ਰਹੇ ਹਨ। ਅੱਜ ਕੱਲ੍ਹ ਇਹ ਰੁਝਾਨ ਭਾਰਤ ਅੰਦਰ ਫੈਲ ਰਹੇ ਭਗਵੇਕਰਨ ਦੇ ਏਜੰਡੇ ਕਾਰਨ ਕੈਨੇਡਾ ਵਿੱਚ ਵੀ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਪੰਜਾਬ ਦੇ ਹਿੰਦੂ ਭਾਈਚਾਰੇ ਵਾਲੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਹੈ ਕੈਨੇਡਾ ਦੇ ਸਨਾਤਨੀ ਧਰਮ ਸਥਾਨਾਂ ਵਿੱਚ, ਜਿੱਥੇ ਕਿ ਸਾਰੇ ਹੀ ਪ੍ਰਬੰਧਕ ਪੰਜਾਬ ਤੋਂ ਆ ਕੇ ਕੈਨੇਡਾ ਵਸੇ ਹਨ, ਨੇ ਹਿੰਦੀ ਸਕੂਲ ਸਥਾਪਿਤ ਕੀਤੇ ਹਨ ਅਤੇ ਇੱਥੇ ਹਿੰਦੀ ਪੜ੍ਹਾਉਣਾ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਆਪਣੀ ਮਾਂ ਬੋਲੀ ਪੰਜਾਬੀ ਨਾ ਲਿਖਵਾ ਕੇ ਹਿੰਦੀ ਲਿਖਵਾਉਣ ਦਾ ਫੈਸਲਾ ਕਰਕੇ ਪੰਜਾਬੀ ਬੋਲੀ ਨਾਲ ਵਿਸ਼ਵਾਸਘਾਤ ਕੀਤਾ ਹੈ। ਜੇ ਸੱਚਾਈ ਇਹ ਹੈ ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਅਜਿਹੇ ਜ਼ਹਿਰੀਲੇ ਮਨਸੂਬਿਆਂ ਨੂੰ ਠੱਲ ਪਾਈ ਜਾਵੇ? ਇਸ ਦੇ ਲਈ ਤਰੀਕਾ ਇਹ ਹੈ ਕਿ 11 ਮਈ ਨੂੰ ਕੈਨੇਡਾ ਵਿੱਚ ਵਸਦੇ ਸਾਰੇ ਹੀ ਪੰਜਾਬੀਆਂ ਨੂੰ ਮਰਦਮਸ਼ੁਮਾਰੀ ਦੇ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਸਵਾਲਾਂ ਦਾ ਜਵਾਬ ਸਹੀ ਦੇਣਾ ਚਾਹੀਦਾ ਹੈ। ਆਪਣੀ ਮਾਂ ਬੋਲੀ ਪੰਜਾਬੀ ਲਿਖਾਣੀ ਚਾਹੀਦੀ ਹੈ। ਇਹ ਮਰਦਮਸ਼ੁਮਾਰੀ ਸਿਰਫ ਸਰਕਾਰੀ ਆંકੜੇ ਨਹੀਂ, ਬਲਕਿ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦਾ ਭਵਿੱਖ ਹੈ। ਜੇ ਤੁਸੀਂ ਇਹਨਾਂ ਵਿਚਾਰਾਂ ਨਾਲ ਸਹਿਮਤ ਹੋ ਅਤੇ ਚਾਹੁੰਦੇ ਹੋ ਕਿ ਇਸ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਵਧੇ, ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚ ਕੀ ਬੇਲਾ ਸੱਚ ਸੁਣਾਏ ਸੀ, ਸੱਚ ਕੀ